its full form is Pearson Test of English. Yeah, Pearson Test of English. It has 4 modules as like IELTS. First one is speaking, second one is writing, next one is reading, and last one is listening. Okay, but further it has 20 tasks. Okay, but it has further sub parts. Okay, but 6 tasks are not much important, much important. Okay, ਜਿਵੇਂ ਮੈਂ ਸਭ ਤੋਂ ਪਹਿਲਾਂ ਸਪੀਕਿੰਗ ਦੱਸਦੀ ਹਾਂ, and it has further 5 tasks. It is our first module, and further it has 5 tasks. First one is read aloud, second one is repeat sentence, next one is describe image, next one is retell lecture, and last one is short answer question. Okay, ਹੁਣ ਆਪਾਂ ਜੇ ਸਪੀਕਿੰਗ ਸੈਕਸ਼ਨ ਨੂੰ, ਸਪੀਕਿੰਗ ਮੋਡਿਊਲ ਦੇ ਹੀ ਸਾਰੇ 5 ਟਾਸਕ ਨੂੰ ਇਲੈਬੋਰੇਟ ਕਰਾਂਗੇ, ਐਜ਼ ਵੈਲ ਐਜ਼ ਇਹ ਵੀ ਦੇਖਾਂਗੇ ਕਿ ਕਿਹੜੇ ਟਾਸਕ ਨੇ ਕਿੰਨੇ ਸਕੋਰ ਕਵਰ ਕਰਨੇ ਆ। ਜਿਵੇਂ ਮੈਂ ਕਹਿ ਰਹੀ ਨਾ, ਇਹ 6 ਟਾਸਕ ਜ਼ਿਆਦਾ ਇੰਪੋਰਟੈਂਟ ਨਹੀਂ, ਕਿਉਂਕਿ ਇਹਨਾਂ ਨੇ ਸਿਰਫ 12 ਮਾਰਕਸ ਕਵਰ ਕਰਨੇ ਆ। ਠੀਕ ਹੈ, ਫਿਰ ਹੀ ਸਾਨੂੰ ਪਤਾ ਲੱਗੇਗਾ ਕਿਹੜੇ ਟਾਸਕ ਨੇ ਕਿੰਨੇ ਕਵਰ ਕਰਨੇ ਆ ਸਕੋਰ। ਜਿਵੇਂ ਈਚ ਟਾਸਕ ਕਵਰ 90 ਸਕੋਰ। ਓਕੇ, ਸਾਨੂੰ ਐਗਜ਼ਾਮ 'ਚੋਂ ਆਲ ਆਫ ਓਵਰਆਲ 90 ਚੋਂ ਸਕੋਰ ਮਿਲਣੇ ਆ, ਪਰ ਮੈਂ ਰਫ ਐਸਟੀਮੇਟ ਲਗਾ ਕੇ ਜਿਵੇਂ 90 + 90, 180, 90, 270, 90, 360, ਮਤਲਬ ਮੈਂ ਤੁਹਾਨੂੰ 360 'ਚ ਨੰਬਰ ਦੱਸਾਂਗੀ ਕਿ ਕਿਹੜੇ ਟਾਸਕ ਨੇ ਕਿੰਨੇ ਕਿੰਨੇ ਕਵਰ ਕਰਨੇ ਆ, ਤਾਂ ਜੋ ਆਪਾਂ ਸਮਝ ਸਕੀਏ ਕਿ ਕਿਹੜੇ ਟਾਸਕ ਕਿੰਨੀ ਜ਼ਿਆਦਾ ਇੰਪੋਰਟੈਂਟ ਆ ਅਕੋਰਡਿੰਗ ਟੂ ਦੇਅਰ ਸਕੋਰਸ। ਓਕੇ, ਜਿਵੇਂ ਫਸਟ ਵਨ ਆਪਾਂ ਰੀਡ ਅਲਾਊਡ ਨੂੰ ਇਲੈਬੋਰੇਟ ਕਰਾਂਗੇ। ਰੀਡ ਅਲਾਊਡ, ਇਟ ਇਜ਼ ਆਵਰ ਫਸਟ ਟਾਸਕ ਆਫ ਫਸਟ ਮੋਡਿਊਲ। ਓਕੇ, in this task you will get a paragraph. It can be 60 to 70 words long paragraph. Okay, you have 40 seconds for analyze it. After this you have 40 seconds for read it loudly ਕਿ ਤੁਹਾਡੀ ਸਹੀ ਤਰੀਕੇ ਨਾਲ ਰਿਕਾਰਡਿੰਗ ਹੋ ਸਕੇ। ਠੀਕ ਹੈ, ਜਿਹੜੇ ਇਹ 40 ਸੈਕਿੰਡਸ ਆ, ਇਹਦੇ ਵਿੱਚ ਤੁਸੀਂ ਵਰਡਸ ਨਾਲ ਫੈਮੀਲੀਅਰ ਹੋਣਾ ਹੈ। ਜਿਹੜੇ ਵਰਡਸ ਫੈਮੀਲੀਅਰ ਨਹੀਂ ਆ ਤੁਹਾਡੇ ਨਾਲ, ਉਹ ਰੀਡ ਕਰਨੇ ਆ, ਜਾਂ ਜੋ ਟਫ ਲੱਗਦੇ ਪਏ ਉਹ ਡੀਕੋਡ ਕਰਨੇ ਆ, ਜੋੜ ਕੇ ਦੇਖ ਲੈਣਾ ਉਹਨਾਂ ਨੂੰ। ਇਸ ਟਾਈਮ ਦੇ ਵਿੱਚ ਤੁਸੀਂ ਉਸ ਹੀ ਸਪੀਡ ਨਾਲ ਪੜ੍ਹਨਾ ਜਿਹਦੇ ਵਿੱਚ ਤੁਸੀਂ ਨੈਚੁਰਲ ਵੇ 'ਚ ਪੜ੍ਹਦੇ ਹੋ। ਠੀਕ ਹੈ, ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਕਿ ਆਪਾਂ ਕਿੱਥੇ ਫੰਬਲ ਕਰਦੇ ਪਏ ਹਾਂ, ਉਹ ਵਰਡ ਨੂੰ ਆਪਾਂ ਆਰਾਮ ਦੇ ਨਾਲ ਦੇਖ ਸਕੀਏ। 40 ਸੈਕਿੰਡਸ ਬਹੁਤ ਹੁੰਦੇ ਆ ਦੇਖਣ ਲਈ। ਜੇਕਰ ਕੋਈ ਵਰਡ ਕਾਫੀ ਟਫ ਲੱਗਦਾ ਪਿਆ, ਤੁਹਾਨੂੰ ਲੱਗਦਾ ਕਿ ਮੇਰੇ ਕੋਲ ਨਹੀਂ ਬੋਲਿਆ ਜਾਣਾ ਜਾਂ ਮੈਂ ਫੰਬਲ ਕਰ ਜਾਵਾਂਗੀ, ਮੇਰਾ ਫਲੂਐਂਸੀ ਖਰਾਬ ਹੋ ਜਾਏਗੀ, ਉਹ ਵਰਡ ਤੁਸੀਂ 1 ਜਾਂ 2 ਵਰਡ ਇਹੋ ਜਿਹਾ ਸਕਿਪ ਕਰ ਸਕਦੇ ਹੋ, ਪਰ ਟਰਾਈ ਕਰਨਾ ਕਿ ਹਰ ਇੱਕ ਵਰਡ ਬੋਲੋ। ਸੈਕਿੰਡ, ਇਟਸ ਮਾਰਕਿੰਗ ਕ੍ਰਾਈਟੀਰੀਆ ਡਿਪੈਂਡਸ ਔਨ ਕੰਟੈਂਟ, ਫਲੂਐਂਸੀ ਐਂਡ ਪ੍ਰੋਨਾਂਸੀਏਸ਼ਨ। ਇਹ ਸਭ ਨੇ 5 ਸਕੋਰ ਸਾਡੇ ਕਵਰ ਕੀਤੇ। ਠੀਕ ਹੈ, ਹੁਣ ਕੰਟੈਂਟ ਦਾ ਮਤਲਬ ਕੀ ਆ? ਕੰਟੈਂਟ ਦਾ ਕਿ ਜਿਵੇਂ ਵਰਡ ਲਿਖਿਆ, ਜਿਵੇਂ ਲਗਾ ਲਓ ਲਿਖਿਆ ਯੂਜ਼ ਲਿਖਿਆ, ਤੁਸੀਂ ਯੂਜ਼ਿੰਗ ਤੇ ਨਹੀਂ ਕਹਿ ਦਿੱਤਾ, ਜਾਂ ਯੂਜ਼ਡ ਲਿਖਿਆ ਤੁਸੀਂ ਕਹਿੰਦਾ ਯੂਜ਼ ਤੇ ਨਹੀਂ ਕਹਿ ਦਿੱਤਾ, ਮਤਲਬ ਜਿਹੜੇ ਵਰਡ ਜਿਵੇਂ ਆ ਉਵੇਂ ਹੀ ਬੋਲੇ ਆ। ਜਿਵੇਂ ਏ ਲਿਖਿਆ, ਦਾ ਲਿਖਿਆ, ਜੇ ਲਿਖਿਆ ਤੇ ਤੁਸੀਂ ਸਕਿਪ ਤੇ ਨਹੀਂ ਕਰ ਦਿੱਤਾ, ਜੇ ਨਹੀਂ ਲਿਖਿਆ ਤੇ ਐਕਸਟਰਾ ਬੋਲਦੇ ਨਹੀਂ ਦਿੱਤਾ। ਥੀਸ ਆਲ ਥਿੰਗਸ ਆਰ ਇਨਕਲੂਡ ਇਨ ਯੂਅਰ ਕੰਟੈਂਟ। ਓਕੇ, ਐਂਡ ਫਲੂਐਂਸੀ ਮਤਲਬ ਆਪਾਂ ਇੱਕ ਸਮੂਥ ਨਾਲ, ਇੱਕ ਸਮੂਥ ਵੇ 'ਚ ਬੋਲਣਾ ਹੈ, ਆਪਾਂ ਪਾਊਜ਼ਸ ਨਹੀਂ ਲੈਣੇ। ठीक है, when you see full stop you can take 1 second pause, when you see comma you can take half second pause. Okay, otherwise ਹੋਰ pauses ਨਹੀਂ ਲੈਣੇ। ਇੱਥੇ pronounce ਦਾ ਮਤਲਬ ਤੇ ਤੁਸੀਂ ਇਹ ਲਵੋ ਕਿ ਜਸਟ ਤੁਸੀਂ ਕਲੀਅਰ ਬੋਲਣਾ ਹੈ, ਲਾਊਡ ਐਂਡ ਕਲੀਅਰਿਟੀ ਹੋਣੀ ਚਾਹੀਦੀ ਸਾਡੀ ਆਵਾਜ਼ 'ਚ। ਠੀਕ ਹੈ, ਵੈਸੇ ਪ੍ਰੋਨਾਂਸੀਏਸ਼ਨ ਦਾ ਤੁਹਾਨੂੰ ਮਤਲਬ ਪਤਾ ਹੀ ਹੈ, ਜਿਵੇਂ ਲਗਾ ਲਓ ਇਹ ਮਤਲਬ ਆਪਾਂ ਸਾਇਲੈਂਟ ਵਰਡ ਬੋਲਦੇ ਨਹੀਂ ਦਿੱਤਾ, ਔਫਨ ਬੋਲਿਆ ਇਹਨੂੰ। ਠੀਕ ਹੈ, ਇਹ ਸਾਰਾ ਚੀਜ਼ ਪ੍ਰੋਨਾਊਂਸ 'ਚ ਮੈਟਰ ਕਰਦੀ ਹੈ। ਐਂਡ ਵਨ ਥਿੰਗ, ਜਦੋਂ ਤੁਹਾਡੀ ਸਪੀਕਿੰਗ ਮਤਲਬ ਬਲੂ ਬਾਰ ਸਟਾਰਟ ਹੋ ਜਾਂਦੀ ਹੈ, ਉਦੋਂ ਤੁਸੀਂ ਵਿਦਿਨ 3 ਸੈਕਿੰਡਸ ਬੋਲ ਦੇਣਾ ਹੈ। ਓਕੇ, ਜੇਕਰ ਤੁਸੀਂ ਇਫ ਯੂ ਨਾਟ ਸਟਾਰਟ ਯੂਰ ਸਪੀਕਿੰਗ ਵਿਦਿਨ 3 ਸੈਕਿੰਡ, the microphone will become automatically cut and your recording will not be done. Okay,
सो दैट्स वाई स्टार्ट योर स्पीकिंग, मतलब जो फर्स्ट सैकेंड स्टार्ट होया नाल ही बोलना स्टार्ट कर दो, ठीक है। एंड नेक्स्ट वन इज इन एग्जाम च ਇਹੋ ਜਿਹੇ 6 to 7 ਪੈਰਾਗ੍ਰਾਫ ਆਉਣਗੇ ਜਿਨ੍ਹਾਂ ਨੂੰ ਤੁਸੀਂ ਰੀਡ ਕਰਨਾ ਹੈ, ਠੀਕ ਹੈ। ਤੇ ਮਾਰਕਸ ਇਹਨੇ ਕਿੰਨੇ ਕਵਰ ਕਰਨੇ ਆ, ਇਹਨੇ ਮਾਰਕਸ ਕਵਰ ਕਰਨੇ ਆ 44 ਆਊਟ ਆਫ 360। ਜੇਕਰ ਮੰਨ ਕੇ ਚਲੋ ਕਿ 5 ਮੋਸਟ ਇੰਪੋਰਟੈਂਟ ਟਾਸਕ ਆ ਨਾ, ਇਟ ਇਜ਼ ਵਨ ਆਫ them ਰੀਡ ਅਲਾउड ਐਂਡ ਇਟ ਇਜ਼ ਇੰਟਰਲਿੰਕਡ ਵਿਦ, ਇਹ ਇੰਟਰਲਿੰਕਡ ਕਾਹਦੇ ਨਾਲ ਆ, ਸਪੀਕਿੰਗ ਦੀ ਟਾਸਕ ਆ, ਸਪੀਕਿੰਗ ਨਾਲ ਆ, ਨਾਲੇ ਬੋਲਿਆ ਆਪਾਂ ਇਹਦੇ ਵਿੱਚ, ਠੀਕ ਹੈ। ਤੇ ਕਿਵੇਂ ਬੋਲਿਆ, ਰੀਡ ਕਰਕੇ ਬੋਲਿਆ ਨਾ, ਇਹਦੇ ਨੰਬਰ ਜਾਂਦੇ ਸਾਡੇ ਰੀਡਿੰਗ 'ਚ, ਠੀਕ ਹੈ। ਅਪਰੋਕਸੀਮੇਟ ਮੰਨ ਕੇ ਚਲੋ ਕਿ 22 ਇਹਦੇ ਵਿੱਚ ਗਏ, 22 ਹੀ ਇਹਦੇ ਵਿੱਚ ਸਕੋਰ ਜਾ ਰਹੇ ਆ, ਠੀਕ ਹੈ। ਇਸ ਲਈ ਬਹੁਤ ਇੰਪੋਰਟੈਂਟ ਟਾਸਕ ਆ, ਰੀਡਿੰਗ ਨੂੰ ਵੀ ਇਹਨੇ ਸਕੋਰ ਦੇਣੇ ਆ, ਠੀਕ ਹੈ। ਇੱਕ ਸਪੀਕਿੰਗ ਟਾਸਕ ਇਹੋ ਜਿਹੀ ਹੈ, ਮੋਡਿਊਲ ਇਹੋ ਜਿਹਾ ਹੈ ਜਿੰਨੇ ਸਾਡੀ ਸਪੀਕਿੰਗ ਦੇ ਨਾਲ ਨਾਲ ਸਾਡੀ ਰੀਡਿੰਗ ਵੀ ਕਵਰ ਕਰਨੀ ਆ, ਐਜ਼ ਵੈਲ ਐਜ਼ ਸਾਡੀ ਲਿਸਨਿੰਗ ਵੀ ਕਵਰ ਕਰਨੀ ਆ, ਠੀਕ ਹੈ। ਇਸ ਲਈ ਇਹ ਟਾਸਕ ਨੂੰ ਬਹੁਤ ਚੰਗੇ ਤਰੀਕੇ ਨਾਲ ਕਰਾਂਗੇ। Next, second one is repeat sentence. In this task, you will listen an audio, okay? Just listen it carefully. And सिर्फ तुम carefully सुनना ते repeat कर देना, ठीक है। मान के चलो कि कोई sentence आ like the library is located on the north side of campus, okay? ਤੁਹਾਨੂੰ ਜਿੰਨਾ ਸੈਂਟੈਂਸ ਯਾਦ ਰਹਿ ਸਕਿਆ ਨਾ, ਬੇਸ਼ੱਕ ਉਹ 50% ਆ ਜਾਂ 60% ਸੈਂਟੈਂਸ ਆ, ਜਿੰਨਾ ਵੀ ਯਾਦ ਰਿਹਾ ਉਹਨਾਂ ਇੱਕ ਚੰਗੇ ਤਰੀਕੇ ਨਾਲ ਕੰਟੈਂਟ ਤੋਂ ਜ਼ਿਆਦਾ ਧਿਆਨ ਰੱਖਣਾ ਆਪਾਂ ਫਲੂਐਂਸੀ ਤੇ ਪ੍ਰੋਨਾਂਸੀਏਸ਼ਨ ਦਾ, ਠੀਕ ਹੈ। ਕਿ ਜਿੰਨਾ ਵੀ ਸਾਨੂੰ ਸੈਂਟੈਂਸ ਸੁਣ ਪਾਇਆ ਪ੍ਰੋਪਰ ਵੇ 'ਚ ਉਹਨੂੰ ਬੋਲ ਦਈਏ, ਮਤਲਬ ਪਾਊਜ਼ਸ ਲੈ ਕੇ ਬੋਲਣਾ ਨਹੀਂ ਹੈ, ਠੀਕ ਹੈ। ਇੱਕ ਚੰਗੇ ਤਰੀਕੇ ਨਾਲ ਪ੍ਰੋਨਾਊਂਸ ਕਰ ਦਈਏ, ਠੀਕ ਹੈ। ਜਿਵੇਂ ਮੈਂ ਸੈਂਟੈਂਸ ਹੀ ਦ ਲਾਇਬ੍ਰੇਰੀ ਇਜ਼ ਲੋਕੇਟਡ ਔਨ ਦਾ नॉर्थ साइड ऑफ कैंपस, ਤੁਹਾਨੂੰ याद रहा द लाइब्रेरी इज़ लोकेटेड नियर टू माई हाउस, इट्स ओके। जिन्ना भी याद रहा उन्हें बोल दो, अपने को अगे लगा देता, कोई गल ना, ठीक है। द लाइब्रेरी इज़ लोकेटेड नियर टू द यूनिवर्सिटी, ओके। पर पाउज नहीं लेना, रुक नहीं जाना, ठीक है। नैक्सट आ जिमें कंटेंट आ, मतलब ये है कि 50-60% थोड़ा सही हो जाए। ਹੁਣ ਇਹਦੇ ਕੰਟੈਂਟ ਦੇ 3 ਮਾਰਕਸ ਸਾਨੂੰ ਕਿਵੇਂ ਮਿਲਦੇ ਆ, ਇਫ ਯੂ ਸਪੀਕ 100% ਸੈਂਟੈਂਸ you will get 3 marks, okay? If you speak more than 50% but less than 100%, you will get 2 marks, okay? If you speak less than 2% 50% you will get 1 marks, ठीक है। मतलब साड़ी 2 स्कोर ਇਹਦੇ ਵਿੱਚੋਂ ਆ ਗਏ, ਪਰ ਫਲੂਐਂਸੀ ਤੇ ਪ੍ਰੋਨਾਂਸੀਏਸ਼ਨ ਨਹੀਂ ਸਾਡੇ ਸਕੋਰ ਬੜੇ ਚੰਗੇ ਤਰੀਕੇ ਨਾਲ ਕਵਰ ਕਰ ਲੈਣੇ, ਠੀਕ ਹੈ। ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ, ਸਾਡੇ ਸਪੀਕਿੰਗ 'ਚੋਂ ਸਕੋਰ ਨਹੀਂ ਘਟਣਗੇ। ਇਨ ਐਗਜ਼ਾਮ 'ਚ ਤੁਸੀਂ ਇਹ ਮਿਲਣਗੇ ਸਾਨੂੰ 10 to 12, ਠੀਕ ਹੈ। ਵਨ ਮੋਰ ਥਿੰਗ, ਇਟ ਇਜ਼ ਮੋਸਟ ਇੰਪੋਰਟੈਂਟ ਟਾਸਕ, सब तो वध स्कोर कवर इस टास्क ने साढ़े करने हैं, ठीक है। ਇਹਦੀ डिस्ट्रीब्यूशन स्पीकिंग च पता कितनी है, 41% इन्नी स्पीकिंग ਨੂੰ कवर कर लेना है, ठीक है। बाकी चीज़ा ने 59 सारिया चीज़ा जिमें ला लो, रीड अलाउड है, रीड अ लैक्चर है, डिस्क्राइब इमेज आ, शॉर्ट आंसर क्वेश्चन आ, उन्होंने सारे की डिस्ट्रीब्यूशन 59% आ स्पीकिंग में, तो इन्हें इकल्ले ने 41% कर लेने। सो यू कैन गैस हाउ मच इंपॉर्टेंट दिस टास्क, ओके। इन एग्जाम मैं तुहानू दस दिता है 10 to 12 आएंगे, तो इन्हें मार्क्स कितने कवर करने हैं, 51 मार्क्स, हाँ 51 मार्क्स कवर करने हैं, ठीक है। ए मैं परसेंट दसिया कितने परसेंट है स्पीकिंग, ठीक है। उंज 51% आ, तो इंटरलिंक्ड काहदे नाल आ, ਇਹਦੇ स्कोर इंटरलिंक्ड आ स्पीकिंग प्लस लिसनिंग, ओके। सुन के आप सेंटेंस बोले ना, स्पीकिंग प्लस लिसनिंग च जाएंगे दे, जिन्नी ज़्यादा प्रैक्टिस करोगे उतना ज़्यादा ये टास्क इंप्रूव होएगी, ठीक है। सारी चीज़ें ये मतलब जस्ट साड़ी प्रैक्टिस पर डिपेंड करती हैं, ओके। थर्ड वन इज डिस्क्राइब image, it is our third task।
इस टास्क विच की होएगा, यू विल गेट डिफरेंट टाइप ऑफ इमेजेस, लाइक समटाइम पाई चार्ट लाइक दिस, ओके, समटाइम बार ग्राफ like this. It can be horizontal bar graph, it can also can be vertical bar graph, sometimes line graph like this, sometimes flow chart, okay. It also can be related of life cycle of anything, okay, life cycle of a frog, life cycle of butterfly like this, sometimes reality based image, मतलब different टाइप की जिस तरह की मर्जी इमेज आए, ए मतलब ऐदी कोई गल नहीं, किसी भी टाइप की इमेज आए, ਇਹਦੇ ਵਿੱਚ ਤੁਹਾਡੇ ਤੋਂ 25 ਸੈਕਿੰਡਸ ਆ ਇਹਨੂੰ ऑब्जर्व ਕਰਨ ਲਈ, ਐਨਾਲਾਈਜ਼ ਕਰਨ ਲਈ, ਆਪਣਾ ਕੰਟੈਂਟ ਇਕੱਠਾ ਕਰਨ ਲਈ। ਆਫਟਰ ਦਿਸ ਯੂ ਹੈਵ 40 ਸੈਕਿੰਡਸ स्पीक अबाउट इट, ठीक है। बहुत ईजी टास्क आ, ये मतलब मैं तुहानू एक फिक्स लाइन्स प्रोवाइड कर दी हाँ, फिक्स लाइन्स एक टैंपलेट प्रोवाइड कर दी हाँ, जस्ट 8-9 लाइन्स का, ठीक है। उही लर्न कर लेना है आपां, उहदे विच आपां कंटेंट फिट करके तो यह बोल देना, ठीक है। साडा भी यही चीज़ डिपेंड करता है, कंटेंट फ्लुएंसी प्रोनाउंसिएशन ते, ठीक है, यही चीज़ों से डिपेंड करता है। तो ये जो टैंपलेट आ उहदे विच आपां वो लाइन्स और जो भी कंटेंट आ साडे कोल जो भी मटीरियल आ वो फिट करके इहदे च बोल देना, ठीक है। इन एग्जाम्स हुण ए एग्जाम च 3 to 4 आती है, क्लियर आ यस। और एने मार्क्स कितने कवर करने हैं, 22 मार्क्स कवर करने हैं, ठीक है। 19% द अप्रॉक्सीमेटेड दी डिस्ट्रीब्यूशन आ स्पीकिंग च ते हाँ इंटरलिंक्ड, ये टास्क इंटरलिंक्ड किसी नाल नहीं है, ठीक है। ये सिर्फ नंबर स्पीकिंग च ही जानी है, ठीक है, सिर्फ स्पीकिंग च ही नंबर जानी है, होर किसी डिस्ट्रीब्यूशन नहीं है, ठीक है। क्लियर हुई है चीज़? यस। नेक्स्ट 4th वन इज रिटल लेक्चर। रिटल लेक्चर से की है, ये भी सेम यू विल लिसन एन ऑडियो, ओके, एक लेक्चर सुनोगे, उहदे तुसी मेक अपने नोट्स बनाओगे, मेक नोट्स च जस्ट तुसी मेन चीज़ लिखनी है, कीवर्ड्स नोट करनी है, कीवर्ड्स च लाइक तुसी नाउन करोगे नोट, एडजेक्टिव करोगे, एडवर्ब करोगे, ठीक है। उस तो बाद ए लेक्चर नू थोड़ा प्रिपेयर करके जो भी कंटेंट इकट्ठा किया तो आप रीटेल कर देना है, वो बोल देना वा, ठीक है। सानू मतलब उस तो बाद 10 सेकंड मिलेंगे प्रिपेयर करने वास्ते, ठीक है। तो यह भी बहुत इंपॉर्टेंट टास्क है एग्जाम च। इन एग्जाम ये तुसी वेखोगे 1 to 2 आती है, हम कुछ ज़्यादा नहीं आती, 1 to 2 आती है, बहुत इंपॉर्टेंट है। मेन तुहाडे डिपेंड करता है ये भी, हाँ फिक्स लाइन्स का तुहाडे एक टैंपलेट होएगा, वही तुसी लर्न करना है, वो अपना कंटेंट फिट करके बोल देना, ठीक है। नाउ एंड लास्ट वन इज 5th वन इज शॉर्ट आंसर क्वेश्चन, ओके। This is last task of speaking module. In this task you will get 5 to 6 questions, ठीक है। ਇਹ क्वेश्चन ईजी होंगे, कोई ज़्यादा टफ नहीं, जस्ट तुहाडी सुनन ते लिसनिंग ते डिपेंड करता है कि तुसी सुन के समझ लिया उन्होंने, ठीक है। आंसर ईजी होंगे एंड ईच क्वेश्चन कैरी 1 मार्क्स, ईच क्वेश्चन कैरी 1 मार्क्स, ओके। एक और चीज़ ऐदा जोड़ा ना स्पीकिंग च 30% ये नंबर आते हैं, 30% इन द सेंस कि जे मान के चलो कि ये 10 नंबर का होए शॉर्ट क्वेश्चन आंसर 10 मार्क्स दे है, लगा लो मान के चलो जो 10 मार्क्स दे तो 10 चो 3 मार्क्स स्पीकिंग च जाएंगे, लिसनिंग च 7 मार्क्स जाएंगे, ठीक है। तो जे मान के चलो कि तुहानू इहदा आंसर नहीं आता तो तुसी चुप ही नहीं रह देना, सीधा नैक्सट बटन नहीं क्लिक कर देना, तुसी इहदे विच उंज ही जो भी क्वेश्चन आ क्वेश्चन दे विचों ही कोई कीवर्ड चुक के बोल सकते हो 2 बार, ठीक है, पर कुछ ना कुछ बोल देना वा। तो वैसे बहुत ईजी होंगे हैं, जो तुम प्रैक्टिस करोगे तो यह हो जाएगा।
ਇਜ਼ ਇਟ ਕਲੀਅਰ? ਅੱਜ ਸਾਡਾ ਸਪੀਕਿੰਗ ਮੋਡਿਊਲ ਇੱਥੇ ਕਵਰ ਹੁੰਦਾ ਪ੍ਰੋਪਰ ਵਿੱਚ। ਹੁਣ ਆਪਾਂ ਕੱਲ ਰਾਈਟਿੰਗ ਕਰਾਂਗੇ ਐਜ਼ ਵੈਲ ਐਜ਼ ਰੀਡਿੰਗ ਐਂਡ ਲਾਸਟ ਵਨ ਇਜ਼ ਲਿਸਨਿੰਗ, ਹੌਲੀ ਹੌਲੀ ਕਵਰ ਕਰਾਂਗੇ। ਇਜ਼ ਇਟ ਕਲੀਅਰ? Yes.